ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਸਰ ਅਸੀਂ ਦੁਨੀਆ ਦੇ ਵਿੱਚ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਰੱਬ ਦੀ ਮਰਜ਼ੀ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਫਿਰ ਜਦੋਂ ਇਹ ਗੱਲ ਆਉਂਦੀ ਹੈ ਤੇ ਦੁਨੀਆ ਦੇ ਵਿੱਚ ਮਾੜੇ ਕਰਮ ਕਰਨ ਵਾਲੇ, ਵਿਕਾਰ ਕਮਾਉਣ ਵਾਲੇ, ਮਨ ਨੂੰ ਸ਼ਰਾਬ ਪੀਣ ਵਾਲੇ, ਉਹ ਲੋਕ ਇੱਕ ਰਸਤਾ ਲੱਭ ਲੈਂਦੇ ਹਨ ਕਿ ਸਾਡੇ ਤੇ ਕਰਮਾਂ ਦੇ ਵਿੱਚ ਹੀ ਇਹ ਸ਼ਰਾਬ ਪੀਣੀ ਲਿਖੀ ਹੋਈ ਹੈ। ਮਾੜੇ ਕਰਮ ਕਰਨ ਵਾਲਾ ਕਹਿੰਦਾ ਹੈ ਮੇਰੇ ਤੇ ਭਾਗਾਂ ਦੇ ਵਿੱਚ ਹੀ ਮਾੜੇ ਕਰਮ ਲਿਖੇ ਹੋਏ ਨੇ। ਉਹਨਾਂ ਨੂੰ ਇੱਕ ਰਸਤਾ ਮਿਲ ਜਾਂਦਾ ਹੈ। ਫਿਰ ਉਹ ਮਾੜੇ ਕਰਮਾਂ ਦਾ ਦੋਸ਼ੀ ਰੱਬ ਹੈ ਜਾਂ ਫਿਰ ਉਹ ਮਾੜੇ ਕਰਮ ਕਰਨ ਵਾਲਾ ਮਨੁੱਖ ਦੋਸ਼ੀ ਹੈ? ਇਸ ਸਵਾਲ ਦਾ ਜਵਾਬ ਅੱਜ ਦੀ ਇਸ ਵੀਡੀਓ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੇਖਣ ਦੀ ਕਿਰਪਾਲਤਾ ਕਰਨੀ। ਜਿਹੜੇ ਵੀਰ ਇਸ ਚੈਨਲ ਪਹਿਲੀ ਵਾਰ ਸੁਣ ਰਹੇ ਹਨ ਜਾਂ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ, ਉਹ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾ ਦੇਣ ਤਾਂ ਜੋ ਇਸ ਚੈਨਲ ਦੇ ਉੱਤੇ ਅਪਲੋਡ ਹੋਣ ਵਾਲੀ ਹਰ ਵੀਡੀਓ ਉਹਨਾਂ ਤੱਕ ਪਹੁੰਚ ਸਕੇ। ਜੀ ਆਓ ਸਰਵਣ। ਸੰਸਾਰ ਦੇ ਅੰਦਰ ਦੋ ਤਰ੍ਹਾਂ ਦੀਆਂ ਜੂਨਾਂ ਨੇ, ਇੱਕ ਭੋਗ ਜੂਨ ਹੈ ਤੇ ਦੂਸਰੀ ਕਰਮ ਜੂਨ ਹੈ। ਮਨੁੱਖ ਜਿੱਥੇ ਇੱਕ ਭੋਗ ਜੂਨ ਹੈ ਉੱਥੇ ਨਾਲ ਕਰਮ ਜੂਨ ਵੀ ਹੈ। ਪਸ਼ੂ ਪੰਛੀ ਜਾਨਵਰ ਜਿਤਨੇ ਵੀ ਹਨ ਇਹ ਕੇਵਲ ਤੇ ਕੇਵਲ ਭੋਗ ਜੂਨ ਨੇ। ਇਹਨਾਂ ਦੇ ਸਿਰ ਦੇ ਉੱਤੇ ਕੋਈ ਜ਼ਿੰਮੇਵਾਰੀ ਨਹੀਂ ਹੈ। ਇੱਕ ਪੰਛੀ ਨੇ ਅਖੀਰ ਪੰਛੀ ਰਹਿਣਾ ਹੈ, ਇੱਕ ਜਾਨਵਰ ਨੇ ਅਖੀਰ ਜਾਨਵਰ ਰਹਿਣਾ ਹੈ। ਪਰ ਮਨੁੱਖ ਦੇ ਜ਼ਿੰਮੇਵਾਰੀ ਲੱਗੀ ਹੋਈ ਹੈ ਕਿ ਇਹਨੇ ਕਰਮ ਕਮਾ ਕੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹ ਭਗਵਾਨ ਦਾ ਰੂਪ ਵੀ ਹੋ ਸਕਦਾ ਹੈ ਤੇ ਮਨੁੱਖ ਕਰਮਾਂ ਦੀ ਕਰਕੇ ਸ਼ੈਤਾਨ ਦਾ ਰੂਪ ਵੀ ਹੋ ਸਕਦਾ ਹੈ। ਇਹ ਮਨੁੱਖ ਦੇ ਉੱਤੇ ਨਿਰਭਰ ਕਰਦਾ ਹੈ। ਸਤਿਗੁਰੂ ਮਹਾਰਾਜ ਜੀ ਦਾ ਪਾਵਨ ਬਚਨ ਆਪਾਂ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਕਰਮੀ ਆਪੋ ਆਪਣੀ ਹੈ, ਕਰਮ ਆਪੋ ਆਪਣੇ ਨੇ। ਪਰਮੇਸ਼ਰ ਦੇ ਨੇੜੇ ਵੀ ਹੋ ਸਕਦਾ, ਭਗਵਾਨ ਦਾ ਰੂਪ ਵੀ ਹੋ ਸਕਦਾ ਹੈ। ਪਰਮੇਸ਼ਰ ਤੋਂ ਦੂਰ ਵੀ ਹੋ ਜਾਏਗਾ, ਸ਼ੈਤਾਨ ਦਾ ਰੂਪ ਵੀ ਹੋ ਸਕਦਾ। ਤੇਰੇ ਕਰਮਾਂ ਦੇ ਉੱਤੇ ਸਾਰਾ ਨਿਰਭਰ ਹੈ। ਹੁਣ ਜੀਵ ਦੇ ਸਿਰ ਦੇ ਉੱਤੇ ਜ਼ਿੰਮੇਵਾਰੀ ਹੈ ਕਰਮਾਂ ਦੀ ਤੇ ਕਰਮ ਮਨੁੱਖ ਕਰਦਾ ਹੈ। ਇੱਥੇ ਇੱਕ ਗੱਲ ਬਿਲਕੁਲ ਯਾਦ ਰੱਖਣ ਵਾਲੀ ਹੈ ਕਿ ਜਦੋਂ ਜੀਵ ਕਰਮ ਕਰਦਾ ਹੈ, ਖਾਸ ਤੌਰ ਤੇ ਮਾੜੇ ਕਰਮ ਕਰਦਾ ਹੈ, ਤੇ ਮਨੁੱਖ ਇਸ ਗੱਲ ਦਾ ਉਲਾਮਾ ਦੁਨੀਆ ਦੇ ਵਿੱਚ ਦਿੰਦਾ ਹੈ ਵੀ ਇਹ ਤੇ ਸਾਰਾ ਕੁਝ ਰੱਬ ਕਰਾਉਂਦਾ ਹੈ, ਮੈਂ ਨਹੀਂ ਕਰਦਾ। ਜੇ ਉਹ ਵਿਕਾਰ ਕਮਾਉਂਦਾ ਹੈ, ਨਸ਼ੇ ਖਾਂਦਾ ਹੈ, ਹੋਰ ਮਾੜੀ ਵਿਕਾਰ ਕਰਦਾ ਹੈ, ਤੇ ਮਨੁੱਖ ਕਹਿੰਦਾ ਵੀ ਨਹੀਂ ਇਹ ਮੈਂ ਥੋੜੀ ਕਰਦਾ, ਇਹ ਤੇ ਪਰਮੇਸ਼ਰ ਕਰਵਾ ਰਿਹਾ ਹੈ। ਕਿਉਂਕਿ ਆਮ ਕਹਾਵਤ ਵੀ ਹੈ ਵੀ ਉਹਦੀ ਹੁਕਮ ਤੋਂ ਬਿਨਾਂ ਪਤਾ ਨਹੀਂ ਹਿਲਦਾ। ਮਨੁੱਖ ਉਦਾਹਰਨਾਂ ਦਿੰਦਾ ਹੈ, ਪਰ ਖਿਆਲ ਕਰਨਾ ਅਸੀਂ ਇਸ ਗੱਲ ਨੂੰ ਸਮਝ ਨਹੀਂ ਸਕੇ ਵੀ ਪਰਮੇਸ਼ਰ ਕੀ ਕਰਦਾ ਹੈ ਤੇ ਅਸੀਂ ਕੀ ਕਰ ਸਕਦੇ ਹਾਂ। ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਕਰਮਾਂ ਦੀ ਵੰਡ 3 ਤਰ੍ਹਾਂ ਕੀਤੀ ਹੈ। ਮਹਾਨ ਕੋਸ਼ ਦੇ ਅੰਦਰ ਭਾਈ ਕਾਨ੍ਹ ਸਿੰਘ ਨਾਭਾ ਜੀ ਕੇ ਲਿਖਦੇ ਹਨ ਵੀ ਕਰਮ 3 ਤਰ੍ਹਾਂ ਦੇ ਨੇ। ਪਹਿਲੇ ਨੇ ਕਿਰਿਆਮਾਨ, ਜਿਹੜੇ ਮਨੁੱਖ ਹੁਣ ਕਰ ਰਿਹਾ ਹੈ। ਦੂਜੇ ਨੇ ਪ੍ਰਾਰਬਧ ਕਰਮ, ਜਿਹੜੇ ਮਨੁੱਖ ਨੂੰ ਕਰਮਾਂ ਦੇ ਕਾਰਨ ਇਹ ਮਨੁੱਖਾ ਦੇਹੀ ਦੁਰਲਭ ਦੇਹੀ ਮਿਲੀ ਹੈ। ਤੇ ਤੀਸਰੇ ਤਰ੍ਹਾਂ ਦੇ ਕਰਮ ਨੇ ਕਿਰਿਆਮਾਨ ਕਰਮ, ਜਿਹੜੇ ਮਨੁੱਖ ਦੇ ਜਨਮਾਂ ਦੇ ਨਾਲ ਚੱਲੇ ਆਉਂਦੇ ਨੇ ਤੇ ਉਹਦਾ ਭੋਗ ਮਨੁੱਖ ਨੇ ਭੋਗਣਾ ਹੈ। ਇੱਕ ਸੰਚਿਤ ਕਰਮ ਨੇ, ਕਿਰਿਆਮਾਨ ਕਰਮ, ਪ੍ਰਾਰਬਧ ਕਰਮ ਤੇ ਸੰਚਿਤ ਕਰਮ। ਹੁਣ ਜਿਹੜੇ ਕਿਰਿਆਮਾਨ ਕਰਮ ਹੈ ਉਹ ਮਨੁੱਖ ਸੁਤੰਤਰ ਹੈ। ਸਤਿਗੁਰੂ ਦਾ ਪਾਵਨ ਬਚਨ ਵੀ ਹੈ ਵੀ
ਐ ਮਨੁੱਖ ਤੇਰੇ ਵੱਸ ਦੇ ਵਿੱਚ ਨਾ ਜੰਮਣਾ ਹੈ ਤੇ ਨਾ ਮਰਨਾ ਹੈ, ਪਰ ਜੰਮਣ ਤੋਂ ਲੈ ਕੇ ਮਰਨ ਤੱਕ ਜਿਹੜੇ ਕਰਮ ਕਰਨੇ ਨੇ ਉਹਨਾਂ ਵਾਸਤੇ ਤੂੰ ਸੁਤੰਤਰ ਹੈ। ਇੱਕ ਵਾਰ ਮੁਹੰਮਦ ਸਾਹਿਬ ਦੇ ਪ੍ਰਮੁੱਖ ਖਲੀਫਿਆਂ ਦੇ ਵਿੱਚੋਂ ਹਜ਼ਰਤ ਅਲੀ ਨੇ ਮੁਹੰਮਦ ਸਾਹਿਬ ਨੂੰ ਸਵਾਲ ਕੀਤਾ। ਕਹਿਣ ਲੱਗਾ, ਮੁਹੰਮਦ ਸਾਹਿਬ ਜੀ, ਬਈ ਸਭ ਕੁਝ ਅੱਲਾ ਹੀ ਤਾਲਾ ਕਰਦਾ ਹੈ ਕਿ ਮੈਂ ਵੀ ਕੁਝ ਕਰ ਸਕਦਾ ਹਾਂ? ਮੁਹੰਮਦ ਸਾਹਿਬ ਕਹਿਣ ਲੱਗੇ ਵੀ ਜੇ ਮੈਂ ਤੈਨੂੰ ਬੋਲਾਂ ਦੇ ਰਾਹੀਂ ਸਮਝਾਇਆ ਤੇ ਤੈਨੂੰ ਸਮਝ ਨਹੀਂ ਲੱਗਣਾ, ਮੈਂ ਤੈਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਦੱਸਾਂਗਾ ਸਮਾਂ ਆਉਣ ਤੇ। ਹਜ਼ਰਤ ਅਲੀ ਕਹਿਣ ਲੱਗੇ ਵੀ ਸਵਾਲ ਤੇ ਹੁਣ ਪੈਦਾ ਹੋਇਆ ਮੇਰੇ ਮਨ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਉਸ ਸਵਾਲ ਦੀ ਪਿਆਸ ਰਹੇ, ਇੱਛਾ ਰਹੇ, ਜਾਣਨ ਦੀ ਨਾ ਰਹੇ। ਮੈਨੂੰ ਤੇ ਹੁਣੇ ਇਹਦਾ ਹੱਲ ਦੱਸੋ, ਉੱਤਰ ਦਵੋ। ਮੁਹੰਮਦ ਸਾਹਿਬ ਕਹਿਣ ਲੱਗੇ ਵੀ ਹਜ਼ਰਤ ਅਲੀ ਆਪਣਾ ਇੱਕ ਪੈਰ ਉੱਪਰ ਚੁੱਕ। ਹਜ਼ਰਤ ਅਲੀ ਨੇ ਆਪਣਾ ਇੱਕ ਪੈਰ ਉੱਪਰ ਚੁੱਕਿਆ। ਮੁਹੰਮਦ ਸਾਹਿਬ ਕਹਿਣ ਲੱਗੇ ਵੀ ਹਜ਼ਰਤ ਅਲੀ ਦੂਸਰਾ ਪੈਰ ਵੀ ਚੁੱਕ, ਪਰ ਸ਼ਰਤ ਹੈ ਵੀ ਪਹਿਲਾ ਚੁੱਕਿਆ ਹੋਇਆ ਪੈਰ ਥੱਲੇ ਨਹੀਂ ਰੱਖਣਾ। ਹਜ਼ਰਤ ਅਲੀ ਕਹਿਣ ਲੱਗੇ ਵੀ ਇਹ ਕਿਵੇਂ ਹੋ ਸਕਦਾ ਹੈ ਵੀ ਇੱਕ ਪੈਰ ਚੁੱਕਿਆ, ਉਹਨੂੰ ਧਰਤੀ ਤੇ ਨਾ ਰੱਖਿਆ ਤੇ ਦੂਸਰਾ ਚੁੱਕ ਲਵਾਂ? ਨਹੀਂ ਚੁੱਕਿਆ ਜਾ ਸਕਦਾ। ਮੁਹੰਮਦ ਸਾਹਿਬ ਕਹਿਣ ਲੱਗੇ ਆਹ ਤੇਰੇ ਸਵਾਲ ਦਾ ਜਵਾਬ ਹੈ। ਹਜ਼ਰਤ ਅਲੀ ਕਹਿਣ ਲੱਗੇ ਵੀ ਮੈਂ ਸਮਝਿਆ ਨਹੀਂ। ਮੁਹੰਮਦ ਸਾਹਿਬ ਕਹਿਣ ਲੱਗੇ ਜਿਵੇਂ ਇੱਕ ਪੈਰ ਚੁੱਕਿਆ ਦੂਸਰਾ ਨਹੀਂ ਚੁੱਕ ਹੋ ਸਕਦਾ, ਇਸੇ ਤਰ੍ਹਾਂ ਮਨੁੱਖ ਜੀਵਨ ਦੇ ਅੰਦਰ ਚੰਗੇ ਤੇ ਮਾੜੇ ਕਰਮ ਕਰਦਾ ਹੈ। ਹੁਣ ਮਨੁੱਖ ਜੇ ਚੰਗੇ ਕਰਮ ਕਰਦਾ ਹੈ ਤੇ ਉਹਦੇ ਜੀਵਨ ਵਿੱਚ ਮਾੜੇ ਕਰਮ ਨਹੀਂ ਹੈ, ਤੇ ਜਿਹੜਾ ਮਨੁੱਖ ਮਾੜੇ ਕਰਮ ਕਰਦਾ ਹੈ ਉਹ ਚੰਗੇ ਕਰਮ ਨਹੀਂ ਕਰਦਾ। ਮਨੁੱਖ ਨੇ ਕਰਮ ਤੇ ਕਰਨੇ ਨੇ, ਚੰਗੇ ਕਰਨੇ ਨੇ ਜਾਂ ਮਾੜੇ ਕਰਨੇ ਨੇ, ਇਹ ਮਨੁੱਖ ਦੇ ਆਪਣੇ ਉੱਤੇ ਨਿਰਭਰ ਹੈ, ਸੁਤੰਤਰ ਹੈ। ਜਿਵੇਂ ਹਜ਼ਰਤ ਅਲੀ ਨੂੰ ਆਖਿਆ ਸੀ ਵੀ ਪੈਰ ਚੁੱਕ, ਹੁਣ ਹਜ਼ਰਤ ਅਲੀ ਸੱਜਾ ਪੈਰ ਵੀ ਚੁੱਕ ਸਕਦਾ ਸੀ, ਹਜ਼ਰਤ ਅਲੀ ਖੱਬਾ ਪੈਰ ਵੀ ਚੁੱਕਦਾ ਸੀ, ਸੁਤੰਤਰ ਸੀ। ਸੱਜੇ ਪੈਰ ਦੀ ਤਰ੍ਹਾਂ ਉਹ ਚੰਗੇ ਕਰਮ ਵੀ ਕਮਾ ਸਕਦਾ ਹੈ ਮਨੁੱਖ, ਖੱਬੇ ਪੈਰ ਦੀ ਤਰ੍ਹਾਂ ਉਹ ਮਾੜੇ ਕਰਮ ਵੀ ਕਰ ਸਕਦਾ ਹੈ, ਪਰ ਇੱਕ ਸਮੇਂ ਇੱਕੋ ਤਰ੍ਹਾਂ ਦੇ ਕਰਮ ਹੋਣੇ ਨੇ। ਕਰਮ ਕਰਨ ਵਾਸਤੇ ਸੁਤੰਤਰ ਹੈ। ਤੇ ਸਤਿਗੁਰੂ ਮਹਾਰਾਜ ਵੀ ਕਹਿੰਦੇ ਨੇ ਮਨੁੱਖ ਦੇ ਜਿੰਮੇ ਕਰਮ ਲਿਖੇ ਹੋਏ ਨੇ, ਇਹਨੇ ਕਰਨੇ ਨੇ, ਪਰ ਕਰਨੇ ਕਿਹੋ ਜਿਹੇ ਨੇ ਉਹਦਾ ਵੀ ਸਤਿਗੁਰੂ ਮਹਾਰਾਜ ਨੇ ਜ਼ਿਕਰ ਕਰ ਦਿੱਤਾ। ਸਭ ਕਹਿਣ ਲੱਗੇ ਵੀ ਜਿਹੋ ਜਿਹਾ ਕਰਮ ਕਰੇਗਾ ਉਹੋ ਜਿਹਾ ਨਤੀਜਾ ਵੀ ਤੈਨੂੰ ਭੁਗਤਣਾ ਪਏਗਾ। ਇਹ ਨਹੀਂ ਵੀ ਜੇ ਤੂੰ ਚਾਹੇ ਬਿਜੌਰ ਦੀਆਂ ਦਾਖਾਂ ਤੇ ਪਰਤ ਕੇ ਬੀਜ ਬੀਜੇ ਤੂੰ ਕਿੱਕਰਾਂ ਦੇ, ਤੇ ਤੈਨੂੰ ਬਿਜੌਰ ਦੀਆਂ ਦਾਖਾਂ ਨਹੀਂ ਜੇ ਪ੍ਰਾਪਤ ਹੋਣੀਆਂ। ਬਾਬਾ ਕਬੀਰ ਜੀ ਕਹਿੰਦੇ ਨੇ ਲੋੜੇ ਦਾਖ ਬਿਜੌਰੀਆਂ, ਕਿੱਕਰ ਬੀਜਣ ਜੱਟ, ਹੰਡੇ ਉੱਨ ਕਤਾਏਂਦਾ, ਪਹਿੰਦਾ ਲੋੜੇ ਪੱਟ। ਜੇ ਤੂੰ ਰੇਸ਼ਮ ਚਾਹੁੰਦਾ ਹੈ ਤੇ ਸੂਤ ਕੱਤਿਆਂ ਗੱਲ ਨਹੀਂ ਬਣਨੇ। ਜੇ ਤੂੰ ਬਿਜੌਰ ਦੀਆਂ ਦਾਖਾਂ ਚਾਹੁੰਦਾ ਹੈ ਤੇ ਖਿਆਲ ਕਰੀ ਕਿੱਕਰ ਦੇ ਬੀਜ ਬੀਜਿਆਂ ਬਿਜੌਰ ਦੀਆਂ ਦਾਖਾਂ ਨਹੀਂ ਮਿਲਣੀਆਂ। ਕਰਮ ਤੇ ਉਹਦਾ ਫਲ ਤੈਨੂੰ ਇੱਕ ਕਰਨਾ ਪਏਗਾ। ਤਾਈਓ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪੁਛਤਾਈਏ। ਵੀ ਇਹੋ ਜਿਹਾ ਕੰਮ ਕਦੀ ਵੀ ਜ਼ਿੰਦਗੀ ਵਿੱਚ ਨਾ ਕਰ ਜਿਸ ਦੇ ਕਰਨ ਦੇ ਨਾਲ ਅੰਤ ਤੈਨੂੰ ਪਛਤਾਉਣਾ ਪਏ। ਤੇ ਖਿਆਲ ਕਰਨਾ ਜਦੋਂ ਮਨੁੱਖ ਕਰਮ ਕਰਦਾ ਹੈ ਇਹ ਮਾੜੇ ਕਰਮ ਵੱਲ ਵਧੇਰੇ ਪ੍ਰਵਿਰਤ ਹੁੰਦਾ ਹੈ। ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਵਿੱਚ ਵੀ ਕਹਿੰਦੇ ਨੇ ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਬੁਰੇ ਕੰਮ ਦੇ ਵਾਸਤੇ ਸ਼ੇਰ ਬਣ ਜਾਂਦਾ ਹੈ, ਪਰ ਪਰਮੇਸ਼ਰ ਦੀ ਇਬਾਦਤ ਚੰਗੇ ਕਰਮ ਕਰਨ ਵਾਸਤੇ ਇਹ ਆਲਸ ਰੱਖ ਲੈਂਦਾ ਜ਼ਿੰਦਗੀ ਦੇ ਅੰਦਰ। ਤੇ ਜਦੋਂ ਮਾੜੇ ਕਰਮ ਕਰਦਾ ਹੈ ਤੇ ਫਿਰ ਮਾੜੇ ਕਰਮਾਂ ਦਾ ਨਤੀਜਾ ਦੁੱਖ ਦੇ ਰੂਪ ਦੇ ਵਿੱਚ ਆਉਂਦਾ ਹੈ, ਤੇ ਫਿਰ ਇਹ ਉਲਾਮੇ ਜਿਹੜੇ ਨੇ ਉਹ ਦੂਸਰੇ ਨੂੰ ਦੇਣ ਲੱਗ ਪੈਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ।
ਕਰਮ ਕਮਾਉਣੇ ਨੇ, ਪਰ ਦੋਸ਼ ਕਿਸੇ ਦੂਸਰੇ ਨੂੰ ਨਾ ਦੇਈ, ਕਿਉਂਕਿ ਚੰਗੇ ਤੇ ਮਾੜੇ ਕਰਮ ਕਰਦਾ ਹੈ ਤੇ ਮਨੁੱਖ ਦੀ ਇਹ ਫਿਤਰਤ ਹੈ। ਜਦੋਂ ਤੇ ਇਹਨੂੰ ਸੁੱਖ ਆਉਂਦਾ ਹੈ ਉਦੋਂ ਤੇ ਲੋਕਾਂ ਨੂੰ ਦੱਸੇਗਾ ਵੀ ਆਹ ਕਰਮ ਮੇਰੇ ਕਰਕੇ ਹੈ, ਆਹ ਸੁੱਖ ਮੇਰੇ ਕਰਕੇ ਹੈ, ਆਹ ਧਨ ਦੌਲਤ ਦੇਖੋ ਮੈਂ ਕਿੰਨੀ ਇਕੱਠੀ ਕੀਤੀ, ਮੈਂ ਆਸ਼ੋ ਅਰਸ਼ਤ ਜ਼ਿੰਦਗੀ ਦੇ ਅੰਦਰ ਬਤੀਤ ਕਰਦਾ, ਇਹ ਮੇਰੀ ਮਿਹਨਤ ਦੀ ਕਮਾਈ ਹੈ, ਮੇਰੇ ਕੀਤੀ ਹੋਈ ਹੈ ਕੰਮ। ਪਰ ਖਿਆਲ ਕਰਨਾ, ਜਦੋਂ ਕਿਤੇ ਕਿਤੇ ਇਹਦੀ ਜ਼ਿੰਦਗੀ ਵਿੱਚ ਦੁੱਖ ਆ ਜਾਂਦਾ ਹੈ, ਫਿਰ ਨਹੀਂ ਇਹ ਕਦੀ ਵੀ ਕਹਿੰਦਾ ਵੀ ਇਹ ਮੇਰੇ ਕਰਕੇ ਹੈ। ਫਿਰ ਉਹਦਾ ਸਿਹਰਾ, ਉਹਦਾ ਦੋਸ਼ ਆਪਣੇ ਪਰਿਵਾਰ ਨੂੰ ਦੇਣ ਲੱਗ ਪੈਂਦਾ ਹੈ, ਫਿਰ ਉਹਦਾ ਦੋਸ਼ ਆਪਣੀ ਔਲਾਦ ਨੂੰ ਦੇਣ ਲੱਗ ਪੈਂਦਾ ਹੈ, ਫਿਰ ਉਹਦਾ ਦੋਸ਼ ਆਪਣੇ ਸ਼ਰੀਕ ਸੰਬੰਧੀਆਂ ਦੇ ਨਾਲ ਆਂਢ ਗੁਆਂਢ ਨੂੰ ਦੇਣ ਲੱਗ ਪੈਂਦਾ ਹੈ, ਦੋਸਤਾਂ ਮਿੱਤਰਾਂ ਨੂੰ ਦੇਣ ਲੱਗ ਪੈਂਦਾ ਹੈ ਵੀ ਉਹਦੇ ਕਰਕੇ ਆ ਮੇਰੀ ਜ਼ਿੰਦਗੀ ਦੇ ਅੰਦਰ ਦੁੱਖ ਆਇਆ। ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ, ਨਹੀਂ ਸੱਜਣਾ, ਗੁਰਬਾਕ ਪੜ੍ਹਦੇ ਹਾਂ, ਦੱਦੇ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਕਿਸੇ ਦੂਜੇ ਨੂੰ ਦੋਸ਼ ਨਾ ਦੇ, ਜੋ ਮੈਂ ਕੀਤਾ ਉਹੋ ਜਿਹਾ ਮੈਨੂੰ ਫਲ ਜਿਹੜਾ ਹੈ ਉਹ ਪ੍ਰਾਪਤ ਹੋਣਾ ਹੈ। ਦੋਸ਼ ਨਾ ਦੀਜੈ ਕਾਹੂ ਜੋਗ, ਜੋ ਕਮਾਵਣ ਸੋਈ ਭੋਗ। ਵੀ ਦੋਸ਼ ਕਿਸੇ ਹੋਰ ਨੂੰ ਨਾ ਦੇ, ਜੋ ਤੂੰ ਕਮਾਉਂਦਾ, ਜੋ ਤੂੰ ਕਰਦਾ ਹੈ ਉਹੀ ਤੈਨੂੰ ਭੋਗਣਾ ਪੈਣਾ ਹੈ। ਸਤਿਗੁਰੂ ਮਹਾਰਾਜ 12 ਮਹਾਂ ਜੀ ਦੇ ਅੰਦਰ ਵੀ 2 ਵਾਰ ਸਾਡੇ ਸਨਮੁਖ ਰੱਖਦੇ ਨੇ, ਜਿਹਾ ਬੀਜੇ ਸੋ ਲੂਣੇ ਮੱਥੇ ਜੋ ਲਖਿਆਸ। ਵੀ ਜਿਹੋ ਜਿਹਾ ਤੂੰ ਬੀਜੇਗਾ ਉਹੋ ਜਿਹਾ ਤੈਨੂੰ ਵੱਢਣਾ ਪਵੇਗਾ। ਫਿਰ ਦੂਜੀ ਵਾਰ ਫਿਰ ਕਹਿੰਦੇ ਨੇ ਕਿ ਜਿਹਾ ਬੀਜੇ ਸੋ ਲੂਣੇ ਕਰਮਾ ਸੰਧੜਾ ਖੇਤ। ਇਹ ਜਿਹੜਾ ਸਰੀਰ ਹੈ ਮਾਨੋ ਇੱਕ ਖੇਤ ਹੈ, ਇਹਦੇ ਵਿੱਚ ਜਿਹੋ ਜਿਹਾ ਬੀਜ ਤੂੰ ਬੀਜੇਗਾ ਤੈਨੂੰ ਉਹੋ ਜਿਹਾ ਵੱਢਣਾ ਪਏਗਾ। ਪਰ ਨਾਲ ਸਤਿਗੁਰੂ ਮਹਾਰਾਜ ਇਹ ਵੀ ਕਹਿੰਦੇ ਨੇ ਵੀ ਜਿਹੋ ਬੀਜੇਗਾ ਉਹ ਤੈਨੂੰ ਵੱਢਣਾ ਪਏਗਾ ਤੇ ਤੈਨੂੰ ਖਾਣਾ ਵੀ ਪਏਗਾ। ਆਮ ਦੁਨੀਆ ਦੇ ਅੰਦਰ ਕਿਸਾਨ ਧਰਤੀ ਦੇ ਵਿੱਚ ਬੀਜ ਬੀਜਦਾ ਹੈ, ਫਸਲ ਰੂਪੀ ਫਲ ਉਹਨੂੰ ਪ੍ਰਾਪਤ ਹੁੰਦਾ। ਕਈ ਵਾਰ ਕਿਸਾਨ ਬੀਜ ਬੀਜ ਦਿੰਦਾ, ਵਢਾ ਕਿਸੇ ਕੋ ਲੈਂਦਾ, ਜੋ ਫਲ ਪ੍ਰਾਪਤ ਹੁੰਦਾ ਉਹਨੂੰ ਮੰਡੀ ਵਿੱਚ ਵੇਚ ਦਿੰਦਾ, ਖਾਂਦਾ ਕੋਈ ਹੋਰ ਹੈ। ਪਰ ਸਤਿਗੁਰੂ ਮਹਾਰਾਜ ਤੇ ਕਹਿਣ ਲੱਗੇ, ਧਾਰਮਿਕ ਦੁਨੀਆ ਦੇ ਵਿੱਚ ਇਹ ਨਹੀਂ ਹੋਣਾ। ਧਾਰਮਿਕ ਦੁਨੀਆ ਦੇ ਵਿੱਚ ਤੇ ਜਿਹੋ ਜਿਹਾ ਤੂੰ ਬੀਜੇਗਾ ਉਹੋ ਜਿਹਾ ਫਲ ਤੈਨੂੰ ਪ੍ਰਾਪਤ ਹੋਵੇਗਾ। ਸਤਿਗੁਰ ਧਰਤੀ ਧਰਮ ਹੈ, ਵਿੱਚ ਜਿਹਾ ਕੋ ਬੀਜੇ ਤਿਹਾ ਫਲ ਪਾਏ। ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਪਾਏ। ਉਨ ਹਾਲਤ ਪਲਤ, ਉਹਨਾਂ ਦਾ ਆਉਣ ਵਾਲਾ ਸਮਾਂ, ਚੱਲ ਰਿਹਾ ਸਮਾਂ ਸੁਹੇਲਾ ਹੋ ਜਾਂਦਾ ਹੈ। ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇੱਜ਼ਤ ਪਾਉਂਦੇ ਨੇ, ਪਰ ਦੂਜੇ ਮਨੁੱਖ ਉਹ ਵੀ ਨੇ, ਇੱਕ ਨਾ ਖੋਟ ਨਿਤ ਖੋਟ ਕਮਾਏ, ਉਹ ਜਿਹਾ ਬੀਜੇ ਤਿਹਾ ਫਲ ਖਾਏ। ਜਿਹੜੇ ਖੋਟ ਮਾੜੇ ਕਰਮ ਕਰਨ ਵਾਲੇ ਨੇ, ਫਿਰ ਉਹਨਾਂ ਨੂੰ ਨਤੀਜਾ ਉਹੋ ਜਿਹਾ ਭੁਗਤਣਾ ਪੈਂਦਾ ਹੈ, ਉਹੋ ਜਿਹਾ ਵੱਢਣਾ ਪੈਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਦੋਸ਼ ਕਿਸੇ ਹੋਰ ਨੂੰ ਨਾ ਦੇ, ਦੋਸ਼ ਤੇਰਾ ਆਪਣਾ ਹੈ। ਜਿਹੋ ਜਿਹਾ ਤੂੰ ਕਰਮ ਕਰਦਾ ਤੈਨੂੰ ਫਲ ਜਿਹੜਾ ਹੈ ਉਹੋ ਜਿਹਾ ਵੱਢਣਾ ਪਵੇਗਾ। ਤੇ ਫਿਰ ਮਨੁੱਖ ਕਰਦਾ ਕੀ ਹੈ? ਫਿਰ ਕਈ ਵਾਰ ਧਰਮ ਦਾ ਬੁਰਕਾ ਪਹਿਨ ਕੇ ਆਪਣੇ ਕੀਤੇ ਹੋਏ ਦੋਸ਼ਾਂ ਨੂੰ ਲੁਕਾਉਣਾ ਚਾਹੁੰਦਾ ਹੈ, ਇੱਥੋਂ ਤੱਕ ਕਿ ਮਨੁੱਖਾਂ ਨੂੰ ਦੋਸ਼ ਦੇਣ ਦੀ ਬਜਾਏ ਮਨੁੱਖ ਰੱਬ ਨੂੰ ਵੀ ਅਲਾਮੇ ਦੇਣ ਲੱਗ ਪੈਂਦਾ। ਰੱਬ ਨੇ ਮੇਰੇ ਕਰਮਾਂ ਵਿੱਚ ਇਹ ਲਿਖਿਆ ਹੋਇਆ ਹੈ, ਮੇਰੇ ਕਰਮਾਂ ਵਿੱਚ ਦੁੱਖ ਲਿਖਿਆ ਹੋਇਆ ਹੈ, ਰੱਬ ਨੇ ਮੇਰੇ ਨਾਲ ਇਹ ਕੁਝ ਕਰਨਾ ਹੈ, ਰੱਬ ਨੂੰ ਵੀ ਅਲਾਮੇ ਦਿੰਦਾ ਹੈ। ਪਰ ਖਿਆਲ ਕਰਨਾ, ਭਗਤ ਤਰਲੋਚਨ ਜੀ ਧਨਾਸਰੀ ਰਾਗ ਦੇ ਵਿੱਚ ਆਪਣੀ ਜਿੰਦ ਨੂੰ ਸਮਝਾਉਂਦੇ ਹੋਏ ਕਹਿੰਦੇ ਨੇ, ਨਾਰਾਇਣ ਨਿੰਦਸ ਕਾਹੇ ਭੁੱਲੇ ਗਵਾਰੀ, ਦੋਕ੍ਰਿਤ ਸੋਕ੍ਰਿਤ ਥਾਰੋ ਕਰਮਰੀ। ਇਹ ਤੇਰੇ ਆਪਣੇ ਚੰਗੇ ਤੇ ਮਾੜੇ ਕਰਮਾਂ ਦਾ ਨਤੀਜਾ ਹੈ। ਐ ਮੇਰੀਏ ਜਿੰਦੇ, ਉਸ ਨਾਰਾਇਣ ਪਰਮੇਸ਼ਰ ਨੂੰ ਨਿੰਦ ਨਾ, ਉਹਨੂੰ ਭੁੱਲ ਨਾ ਜਾਈਂ। ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਇਸੇ ਕਰਕੇ ਕਹਿੰਦੇ ਨੇ, ਜਿਤ ਸੇਵੈ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਏ। ਜਿਸ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ। ਜਿਹੜਾ ਕੀਤਾ ਤੂੰ ਆਪ ਪਾਉਣਾ, ਜਿਹੜਾ ਫਲ ਤੈਨੂੰ ਪ੍ਰਾਪਤ ਹੋਣਾ, ਤੇ ਫਿਰ ਤੂੰ ਮਾੜੀ ਘਾਲ ਮਾੜੇ ਕਰਮ ਨਾ ਕਰ।
ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਜ਼ਰ ਨਿਹਾਲੀਏ। ਲੰਮੀ ਨਜ਼ਰ ਦਾ ਅਰਥ ਹੈ, ਜਿਹੜੇ ਭਾਈ ਕਾਹਨ ਸਿੰਘ ਨਾਭਾ ਨੇ ਕਿਹਾ ਵੀ ਪ੍ਰਾਰਬਧ ਕਰਮ ਹੈ, ਵੀ ਮਨੁੱਖ ਕਰਦਾ ਇਹ ਕੰਮ ਤੇ ਪਰਤ ਕੇ ਇਹਨੂੰ ਮਨੁੱਖਾ ਦੇਹੀ ਮਿਲਦੀ ਹੈ। ਤੀਸਰੇ ਤਰ੍ਹਾਂ ਦੇ ਸੰਚਿਤ ਕਰਮ ਜਿਹੜੇ ਚੱਲੇ ਆ ਰਹੇ, ਪੁਰਾਣੇ ਸਾਡੇ ਕਰਮ ਕੀਤੇ ਹੋਏ, ਉਹਦਾ ਨਤੀਜਾ ਅਸੀਂ ਭੁਗਤਣਾ ਹੈ। ਉਹ ਹੈ ਲੰਮੀ ਨਜ਼ਰ ਨਿਹਾਲੀਏ, ਵੀ ਲੰਮਾ ਸੋਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹਦਾ ਨਤੀਜਾ ਭੁਗਤਣਾ ਪੈਣਾ।